ਇਹ ਤੇ ਨਸ਼ਾ ਵੀ ਕਰਨ ਲੱਗ ਪਈ, ਘਰੋਂ ਵੀ ਪੈਸੇ ਸਾਰੇ ਚੋਰੀ ਕਰਕੇ ਲੈ ਜਾਂਦੀ। ਬੜਾ ਖਰਾਬ ਹੋਈ, ਪੁੱਤਰ ਇਹਨੂੰ ਤੂੰ ਬਾਹਰ ਲੈ ਜਾ। ਮੈਂ ਕਿਹਾ ਅੰਮਾ ਜੀ ਇਹ ਬਾਹਰ ਆ ਕੇ ਵੀ ਕੀ ਕਰੇਗਾ ਜੀ, ਉੱਥੇ ਨਸ਼ਾ ਕਰਨ ਲੱਗ ਪਿਆ, ਇਹਨਾਂ ਤੇ ਪੈਸਾ ਰੋੜ ਬੈਠਿਆ। ਉਹਨਾਂ ਕਿਹਾ ਨਹੀਂ ਪੁੱਤਰ ਆਪੇ ਬਾਹਰ ਜਾਏਗਾ ਤੇ ਠੀਕ ਹੋ ਜਾਏਗਾ, ਤੂੰ ਇਹਨੂੰ ਬਾਹਰ ਲੈ ਜਾ। ਕਹਿੰਦਾ ਮੈਂ ਕਿਹਾ ਚਲੋ ਮੈਂ ਦੇਖਾਂਗਾ, ਮੇਰੇ ਕੋਲ ਕੋਈ ਹੱਲ ਹੋਇਆ ਤੇ ਮੈਂ ਕੱਢਾਂਗਾ। ਕਹਿੰਦਾ ਅੱਗੂ ਜਿਹੜਾ ਮੈਂ ਨਾ ਉੱਥੇ ਬੈਠਿਆ ਸਾਂ ਉਸ ਗੋਰੀ ਕੋਲ ਹੀ ਤੇ ਉਹ ਮਾਈ ਕੋਲ, ਕਹਿੰਦਾ ਗੱਪ ਸ਼ਪ ਲਾ ਰਿਹਾ ਸਾਂ, ਖਾਣਾ ਛਾਣਾ ਖਾ ਰਹੇ ਸਾਂ ਉੱਥੇ। ਕਹਿੰਦਾ ਇਤਨੀ ਦੇਰ ਨੂੰ ਮੇਰੇ ਨਿੱਕੇ ਭਾਈਏ ਦੀ ਕਾਲ ਆ ਗਈ ਹੈ ਕਿ ਮੈਨੂੰ ਪੈਸੇ ਚਾਹੀਦੇ ਨੇ। ਮੈਨੂੰ ਪੁੱਛਦੀ ਹੈ ਕਿ ਕੌਣ ਹੈ। ਕਹਿੰਦਾ ਮੈਂ ਕਿਹਾ ਮੇਰਾ ਨਿੱਕਾ ਭਾਈ ਹੈ। ਕਹਿੰਦਾ ਸ਼ਕਲ ਸੂਰਤ ਉਹਦੀ ਬੜੀ ਸੋਹਣੀ ਸੀ, ਦਾੜੀ ਉਂਝੀ ਉਹਨੇ ਛੋਟੀ ਕਰ ਲਈ ਸੀ। ਕਹਿੰਦਾ ਜਿਸ ਵੇਲੇ ਉਹਦੇ ਨਾਲ ਗੱਲ ਕਰਾਈ ਹੈ ਤੇ ਉਹ ਬੜੀ ਖੁਸ਼ ਹੋ ਕੇ ਗੱਲਾਂ ਕਰਨ ਲੱਗ ਪਈ ਤੇ ਤਕਰੀਬਨ ਅੱਧਾ ਘੰਟਾ ਉਹਦੇ ਨਾਲ ਗੱਪਾਂ ਲਾਉਂਦੀ ਰਹੀ। ਕਹਿੰਦਾ ਬੜੀ ਖੁਸ਼ ਹੋਈ, ਕਹਿੰਦੀ ਤੇਰਾ ਭਰਾ ਤੇ ਬੜਾ ਚੰਗਾ। ਕਹਿੰਦਾ ਉਹਨੇ ਆਪਣੇ ਬॉयਫ੍ਰੈਂਡ ਨੂੰ ਛੱਡ ਦਿੱਤਾ ਸੀ, ਕਾਫੀ ਦੇਰ ਹੋ ਗਈ ਸੀ, ਹੁਣ ਕੱਲੀ ਰਹਿੰਦੀ ਸੀ। ਕਹਿੰਦੀ ਹੈ ਕਿ ਤੇਰੇ ਭਰਾ ਦੀ ਸ਼ਾਦੀ। ਕਹਿੰਦਾ ਮੈਂ ਕਹਿੰਦੀ ਇਹਦੀ ਇਹ ਸ਼ਾਦੀ ਕੋ ਨਹੀਂ ਹੋਇਆ ਹੈ, ਇਹ ਕਰਨੀ ਹੈ ਇਹਦੀ ਸ਼ਾਦੀ, ਜਦੋਂ ਕੀਤੀ ਤੈਨੂੰ ਲੈ ਕੇ ਜਾ। ਕਹਿੰਦੀ ਹੈ ਅੱਛਾ। ਕਹਿੰਦਾ ਬਹਰਹਾਲ ਨਾ ਉੱਥੇ ਹੀ ਬੈਠੇ ਆ, ਫਿਰ ਦੁਬਾਰਾ ਇਸ ਵੇਲੇ ਕਾਲ ਆਈ ਤੇ ਕਹਿੰਦਾ ਉਹਨੇ ਗੱਪ ਲਾਈ। ਉਸ ਤੋਂ ਬਾਅਦ ਉਹ ਗੋਰੀ ਨੂੰ ਆਪੂ ਆਖਦਾ ਤੂੰ ਆਪਣਾ ਨੰਬਰ ਦੇ ਦੇ, ਅਸੀਂ ਇੱਕ ਦੂਜੇ ਨਾਲ ਗੱਲ ਕਰ ਲਾਂਗੇ। ਕਹਿੰਦਾ ਉਹਨੇ ਫਟੋਫਟ ਆਪਣਾ ਨੰਬਰ ਦੇ ਦਿੱਤਾ, ਨਾ ਮੈਂ ਉਹਨੂੰ ਮਨਾ ਕੀਤਾ। ਮੈਂ ਕਿਹਾ ਚਲੋ ਸਹੀ ਹੈ ਗੱਪ ਲਾ ਲੈ, ਜੇ ਕੋਈ ਸੈਟਿੰਗ ਬਣਦੀ ਹੈ ਤੇ ਕਰ ਲਵੇ। ਕਹਿੰਦਾ ਉਹਨੇ ਜਿਹੜਾ ਗੋਰੀ ਨਾਲ ਚੰਗੀ ਭਲੀ ਗੱਪ ਲਾਉਣ ਲੱਗ ਪਿਆ, ਦਿਹਾੜੀ ਰਾਤੀ ਉਹਦੇ ਨਾਲ ਗੱਪਾਂ ਲਾਉਂਦਾ ਸੀ। ਕਹਿੰਦਾ ਬੜੀ ਖੁਸ਼ ਹੋਈ ਸੀ ਉਹ ਵੀ ਕਿ ਤੇਰਾ ਭਰਾ ਬੜਾ ਚੰਗਾ, ਮੈਨੂੰ ਬੜਾ ਪਸੰਦ ਹੈ। ਕਹਿੰਦਾ ਮੈਂ ਕਿਹਾ ਹੈ ਤੇ ਚੰਗਾ, ਲੇਕਿਨ ਕਹਿੰਦਾ ਮੈਂ ਭਰਾ ਨੂੰ ਕਾਲ ਕਰਕੇ ਆਖੀ ਕਿ ਖੁਦਾ ਦਾ ਨਾ ਹੀ ਕੋਈ ਇਸ ਤਰ੍ਹਾਂ ਦਾ ਕੰਮ ਨਾ ਕਰੀ, ਜੇ ਤੂੰ ਵਾਕਈ ਰਹਿਣੀ ਹੈ ਤੇ ਫਿਰ ਚਲੋ ਇਹਦੇ ਨਾਲ ਕੋਈ ਕਹਾਣੀ ਪਾਉਂਦੇ ਆ, ਇਹ ਤਿਆਰ ਹੈ ਬਿਲਕੁਲ ਤੇਰੇ ਨਾਲ ਵਿਆਹ ਕਰਨ। ਉਹਨੇ ਕਿਹਾ ਭਾਈ ਮੈਂ ਵੀ ਤੇ ਇਸੇ ਵਾਸਤੇ ਇਹਦੇ ਨਾਲ ਲੱਗਿਆ ਗੱਲ ਕਰਨ, ਮੈਂ ਪਾਕਿਸਤਾਨ ਵੀ ਨਹੀਂ ਸ਼ਾਦੀ ਕੀਤੀ, ਚਲੋ ਸ਼ਾਦੀ ਕਰਕੇ ਉੱਥੇ ਯੂਰਪ ਪਿਆ ਰਵਾਂਗਾ, ਮੌਜ ਮਸਤੀ ਪਿਆ ਕਰਾਂਗਾ। ਉਹਨੇ ਆਖਿਆ ਚੱਲ ਸਹੀ ਹੈ, ਇਹਦਾ ਜ਼ਾਤੀ ਆਪਣਾ ਇੱਕ ਮਕਾਨ ਹੀ, ਇੱਕ ਫਲੈਟ ਹੀ, ਇਹ ਬੜੀ ਸੋਹਣੀ ਸੈਟੀ ਤੇ ਪੈਸਾ ਵੀ ਇਹਦੇ ਕੋਲ ਰਾਜੀ। ਉਹਨੇ ਆਖਿਆ ਭਾਈ ਤੁਸੀਂ ਫਿਕਰ ਨਾ ਕਰੋ, ਪੈਸੇ ਦੀ ਮੈਨੂੰ ਕੋਈ ਲਾਲਚ ਨਹੀਂ, ਬਸ ਮੈਂ ਚਾਹਨਾ ਕਿ ਮੇਰੀ ਜ਼ਿੰਦਗੀ ਸੈਟਲ ਹੋ ਜੇ। ਕਹਿੰਦਾ ਮੈਂ ਕਿਹਾ ਚਲੋ ਸਹੀ ਹੈ। ਕਹਿੰਦਾ ਜਿਸ ਵੇਲੇ ਮੈਂ ਉਹਦੇ ਕੋਲ ਗਿਆ, ਮੈਂ ਉਹਨੂੰ ਆਖਿਆ ਕਿ ਤੈਨੂੰ ਮੇਰਾ ਭਰਾ ਪਸੰਦ ਹੈ। ਕਹਿੰਦੀ ਹੈ ਬਹੁਤ ਜ਼ਿਆਦਾ ਪਸੰਦ ਹੈ, ਮੈਂ ਉਹਨੂੰ ਬੜਾ ਪਿਆਰ ਕਰਨੀ ਆ, ਮੈਂ ਜਿਹੜਾ ਹੁਣ ਸ਼ਾਦੀ ਵੀ ਉਹਦੇ ਨਾਲ ਹੀ ਕਰਨੀ ਹੈ। ਤੂੰ ਮੈਨੂੰ ਇਹ ਦੱਸ ਕਿ ਕਿਸ ਤਰ੍ਹਾਂ ਸ਼ਾਦੀ ਹੋਵੇਗੀ, ਜਾਂ ਕਿਸ ਤਰ੍ਹਾਂ ਜਿਹੜਾ ਅਸੀਂ ਉੱਥੇ ਜਾਈਏ ਜਾਂ ਉਹ ਇੱਥੇ ਆਵੇ। ਕਹਿੰਦਾ ਮੈਂ ਕਿਹਾ ਬਿਹਤਰ ਇਹ ਹੀ ਹੈ ਤੇ ਤੁਸੀਂ ਇੱਕ ਵਾਰੀ ਪਾਕਿਸਤਾਨ ਦਾ ਚੱਕਰ ਲਾਓ, ਉੱਥੋਂ ਹੋ ਕੇ ਆਵੋ, ਉਹਨੂੰ ਮਿਲ ਕੇ ਆਓ, ਜੇ ਤੁਹਾਨੂੰ ਪਸੰਦ ਆਉਂਦਾ ਹੈ ਤੇ ਫਿਰ ਕੋਈ ਨਹੀਂ ਮਸਲਾ। ਕਹਿੰਦੀ ਹੈ ਠੀਕ ਹੈ ਅਸੀਂ ਪਾਕਿਸਤਾਨ ਜਾਵਾਂਗੇ। ਕਹਿੰਦਾ ਉਹਦੀ ਅੰਮਾ ਤੇ ਕੋ ਨਾ ਗਈ, ਉਹ ਆਪੂ ਜਿਹੜਾ ਪਾਕਿਸਤਾਨ ਟੁਰ ਗਈ। ਕਹਿੰਦਾ ਮੈਂ ਵੀ ਬੜਾ ਖੁਸ਼ ਕਿ ਚਲੋ ਪਾਕਿਸਤਾਨ ਗਈ। ਮੈਂ ਘਰਦਿਆਂ ਨੂੰ ਦੱਸਿਆ ਕਿ ਇਹਨੂੰ ਚੰਗੀ ਇੱਜ਼ਤ ਦਿਓ, ਇਹਦੇ ਨਾਲ ਸਾਡੇ ਫੈਮਿਲੀ ਵਾਲੇ ਤਾਲੁਕਾਤ ਨੇ। ਉਹਨਾਂ ਕਿਹਾ ਪੁੱਤਰ ਤੂੰ ਪਰੇਸ਼ਾਨ ਨਾ ਹੋ, ਅਸੀਂ ਜਿਹੜਾ ਇਹਨੂੰ ਬੜੀ ਇੱਜ਼ਤ ਦਿਆਂਗੇ। ਬਹਰਹਾਲ ਕਹਿੰਦਾ ਜਿਸ ਵੇਲੇ ਉੱਥੇ ਪਹੁੰਚੀ, ਭਰਾ ਨੂੰ ਪੈਸੇ ਵੀ ਠੀਕ ਟੋਰੇ, ਗੱਡੀ ਵੀ ਨਾਲ ਜਿਹੜਾ ਪੱਕੀ ਸਲਫ ਤੇ ਰੱਖੀ ਕਿ ਚੱਲ ਤੂੰ ਜਿਹੜਾ ਨਾ ਇਹਨੂੰ ਜਿੱਧਰ ਮਰਜ਼ੀ ਆਖਦੀ ਉਧਰ ਫਰਾਈ। ਕਹਿੰਦਾ ਕਦੇ ਉਹਨੇ ਇਸਲਾਮਾਬਾਦ ਖੜੇ ਹੈ, ਕਦੇ ਉਹਨੇ ਲਾਹੌਰ ਖੜੇ ਹੈ, ਇਸ ਤਰ੍ਹਾਂ ਕਰਕੇ ਕਹਿੰਦਾ ਉਹਨੂੰ ਫਰਾਂਦਾ ਟਰਾਂਦਾ ਰਿਹਾ। ਉਹ ਬੜੀ ਖੁਸ਼ ਹੋਈ ਮੇਰੇ ਭਰਾ ਨਾਲ। ਕਹਿੰਦਾ ਬਹਰਹਾਲ ਉਸ ਤੋਂ ਬਾਅਦ ਕਹਿੰਦਾ ਜਿਸ ਵੇਲੇ ਵਾਪਸ ਆਈ, ਫਿਰ ਉਹਨੇ ਜਿਹੜਾ ਕਹਿੰਦਾ ਇਹਦਾ ਵੀਜ਼ਾ ਅਪਲਾਈ ਕੀਤਾ, ਪਾਸਪੋਰਟ ਵਗੈਰਾ ਮੰਗਾਇਆ। ਕਹਿੰਦਾ ਮੈਂ ਆਪੂ ਨਾਲ ਹੋ ਕੇ ਸਾਰੇ ਡਾਕੂਮੈਂਟ ਬਣਵਾਏ। ਮੈਂ ਕਿਹਾ ਚਲੋ ਸਾਰੇ ਡਾਕੂਮੈਂਟ ਬਣ ਜਾਣ ਤੇ ਸੈੱਟ ਹੋ ਜਾਏਗਾ। ਕਹਿੰਦਾ ਜਿਸ ਵੇਲੇ ਉਹਨੇ ਵੀਜ਼ਾ ਅਪਲਾਈ ਕੀਤਾ ਤੇ ਫਟੋਫਟ ਹੀ ਉਹਦਾ ਵੀਜ਼ਾ ਲੱਗ ਗਿਆ। ਬੜਾ ਖੁਸ਼ ਹੋਇਆ ਕਿ ਭਾਈ ਮੈਂ ਵੀ ਯੂਰਪ ਆ ਰਿਹਾ। ਕਹਿੰਦਾ ਮੈਂ ਅੱਗੋਂ ਆਪੂ ਟਿਕਟ ਕਰਾ ਕੇ ਦਿੱਤੀ। ਉਹ ਆਂਦੀ ਸੀ ਕਿ ਮੈਂ ਟਿਕਟ ਕਰਾਨੀ ਆ। ਮੈਂ ਕਿਹਾ ਨਹੀਂ, ਟਿਕਟ ਜਿਹੜੀ ਹੈ ਉਹ ਮੈਂ ਆਪੂ ਕਰਾਂਗਾ। ਕਹਿੰਦਾ ਮੈਂ ਬੜਾ ਟਿਕਟ ਕਰਾ ਕੇ ਦਿੱਤੀ। ਕਹਿੰਦਾ ਜ਼ਾਹਰੀ ਗੱਲ ਹੈ ਉਹਨਾਂ ਨਾਲ ਫੈਮਿਲੀ ਵਾਲੇ ਤਾਲੁਕਾਤ ਹੋ ਗਏ ਸੀ। ਕਹਿੰਦਾ ਮੈਂ ਟਿਕਟ ਕਰਾ ਕੇ ਦਿੱਤੀ, ਬੜਾ ਖੁਸ਼ ਹਾਂ ਕਿ ਮੇਰਾ ਭਰਾ ਆ ਰਿਹਾ। ਕਹਿੰਦਾ ਜਿਸ ਵੇਲੇ 에ਅਰਪੋਰਟ ਤੇ ਆਇਆ ਤੇ ਉਹਨੇ ਨਾਲ ਫੁੱਲ ਸ਼ੁੱਲ ਫੜੇ ਤੇ ਬੜਾ ਹੀ ਅੱਛਾ ਵੈਲਕਮ ਕਰ ਰਹੇ ਸੀ। ਕਹਿੰਦਾ ਇਸ ਤਰ੍ਹਾਂ ਖੁਸ਼ ਹੀ ਨਾ ਕਿ ਸਮਝ ਨਹੀਂ ਸੀ ਆ ਰਹੀ ਉਹਨੂੰ, ਉਹਦੇ ਜ਼ਮੀਨ ਤੇ ਪੈਰ ਨਹੀਂ ਸੀ ਲੱਗਦੇ ਪਏ ਭਾਈਏ ਮੇਰੇ ਨੂੰ ਮਿਲਣ ਵਾਸਤੇ। ਕਹਿੰਦਾ ਜਿਉਂ ਹੀ 에ਅਰਪੋਰਟ ਤੇ ਆਇਆ ਉਹਨੂੰ ਇਤਨੀ ਦੇਰ ਕਲਾਵਾ ਮਾਰਿਆ ਸੂ, ਛੱਡਦੀ ਕੋਈ ਨਹੀਂ ਸੀ ਪਈ। ਕਹਿੰਦਾ ਬੜੀ ਦੇਰ ਕਲਾਵਾ ਮਾਰ ਕੇ ਤੇ ਉਹਦੀ ਧੌਣ ਤੇ ਪਿਆਰ ਸ਼ਾਰ ਦਿੰਦੀ ਰਹੀ। ਕਹਿੰਦਾ ਉਸ ਤੋਂ ਬਾਅਦ ਜਿਸ ਵੇਲੇ ਉਹ ਘਰ ਆਏ, ਕਹਿੰਦੀ ਨਹੀਂ ਇਹ ਮੇਰੇ ਨਾਲ ਜਾ ਕੇ ਘਰ ਰਵੇਗਾ। ਕਹਿੰਦਾ ਮੈਂ ਵੀ ਸਾਂ, ਮੇਰੀ ਵਾਈਫ ਵੀ ਹੈ ਨਾਲ, ਬੱਚੇ ਵੀ ਸੀ, ਅਸੀਂ ਸਾਰੇ 에ਅਰਪੋਰਟ ਤੇ ਗਏ ਸਾਂ। ਕਹਿੰਦਾ ਜਿਉਂ ਹੀ ਫਿਰ ਉੱਥੇ ਇਹਨਾਂ ਦੇ ਘਰ ਗਏ ਆ, ਉਹਨੇ ਜਨਾਬ ਪੀਜ਼ੇ ਸ਼ੀਜ਼ੇ ਮੰਗਾਏ ਨੇ, ਖਾਣਾ ਛਾਣਾ ਮੰਗਾਇਆ, ਬੜਾ ਸੋਹਣਾ ਉਹਨੇ ਸਾਡਾ ਵੈਲਕਮ ਕੀਤਾ। ਕਹਿੰਦਾ ਭਾਈਆ ਮੇਰਾ ਆਂਦਾ ਕਿ ਅੱਜ ਰਾਤੀ ਮੈਂ ਤੁਹਾਡੇ ਕੋਲ ਨਾ ਜਾ ਕੇ ਰਵਾਂ। ਕਹਿੰਦਾ ਨਹੀਂ, ਜਿਹੜਾ ਤੂੰ ਇਹ ਆਖਦੀ ਹੈ ਤੇ ਤੂੰ ਇਹਦੇ ਕੋਲ ਹੀ ਰਹਿ। ਕਹਿੰਦਾ ਚਲੋ ਸਹੀ ਹੈ। ਕਹਿੰਦਾ ਬਹਰਹਾਲ ਜਿਹੜਾ ਉਸ ਤੋਂ ਬਾਅਦ ਉਹ ਜਿਹੜਾ ਉੱਥੇ ਹੀ ਰਹਿ ਪਿਆ ਰਾਤ। ਕਹਿੰਦਾ ਦੂਸਰੇ ਦਿਨ ਸੁਬਾਹ ਗੋਰੀ ਦੀਆਂ ਮੈਨੂੰ ਕਾਲਾਂ ਆਉਣ ਲੱਗ ਪਈਆਂ।
ਕਹਿੰਦਾ ਮੈਂ ਕਿਹਾ ਹੈਰ ਹੋਵੇ ਸਹੀ ਕਿਉਂ ਇੰਨੀ ਸਵੇਰ ਕਾਲ ਪੀ ਕਰਦੀ ਉਸ ਦਾ ਭਾਈਆ ਘਬਰਾ ਗਿਆ ਹੋਣਾ ਇਸ ਵਜ੍ਹਾ ਤੂੰ ਕਾਲ ਕਰਨ ਲੱਗੀ ਹੈ। ਕਹਿੰਦਾ ਉਹਨੇ ਕਾਲ ਕਰਕੇ ਆਖਿਆ ਕਿ ਤੇਰਾ ਤੇ ਭਾਈ ਇੱਥੇ ਹੈ ਹੀ ਕੋ ਨਹੀਂ। ਕਹਿੰਦਾ ਮੈਂ ਕਿਹਾ ਕਿਉਂ ਕਿੱਧਰ ਗਿਆ? ਨਹੀਂ ਮੈਨੂੰ ਨਹੀਂ ਪਤਾ ਕਿੱਧਰ ਗਿਆ, ਉਹਦਾ ਬੈਗ ਵੀ ਇੱਥੇ ਕੋ ਨਹੀਂ ਹੈ। ਕਹਿੰਦਾ ਮੈਂ ਕਿਹਾ ਇਹ ਕਿਸ ਤਰ੍ਹਾਂ ਹੋ ਸਕਦਾ, ਉਹ ਕਿੱਧਰ ਜਾ ਸਕਦਾ? ਕਹਿੰਦਾ ਢੇਰ ਮੈਂ ਵੀ ਫਿਰ ਦੌੜਿਆ ਉਧਰ ਜਾ ਕੇ ਪਤਾ ਕੀਤਾ। ਕਹਿੰਦਾ ਭਾਈਆ ਕੋਨਾ ਨਾ ਉਹਦੇ ਕੋਲ ਟੈਲੀਫੋਨ ਨੰਬਰ। ਕਹਿੰਦਾ ਮੈਂ ਬੜਾ ਪਰੇਸ਼ਾਨ ਹੋ ਗਿਆ, ਮੈਂ ਕਿੱਧਰ ਗਿਆ ਹੋਵੇ, ਬੈਗ ਵੀ ਕੋ ਨਹੀਂ ਹੈ ਕਿਉਂਕਿ ਬੈਗ ਤੇ ਆਪੋ ਹੀ ਲੈ ਕੇ ਗਿਆ ਹੋਣਾ। ਕਹਿੰਦਾ ਮੈਂ ਘਰ ਕਾਲ ਕੀਤੀ ਕਿਸ ਤਰ੍ਹਾਂ ਸਾਡੇ ਕੋਈ ਹੈ ਨੇ ਤਾਲੁਕ ਵਾਲੇ ਬੰਦੇ ਇੱਥੇ। ਕਹਿੰਦਾ ਉਹਨਾਂ ਦੱਸਿਆ ਨਹੀਂ ਕੋ ਨਹੀਂ। ਕਹਿੰਦਾ ਫਿਰ ਮੈਂ ਆਪੂ ਅੱਗੂ ਪਿੱਛੂ ਪਤਾ ਕਰਕੇ ਜਿਹੜੇ ਕੋਈ ਨੇੜੇ ਤੇੜੇ ਦੇ ਸੀ ਉਹਨਾਂ ਕੋਲ ਜਾ ਕੇ ਪੁੱਛਿਆ। ਉਹਨਾਂ ਕਿਹਾ ਜੀ ਸਾਡੇ ਕੋਲ ਤੇ ਉਹ ਨਹੀਂ ਆਇਆ। ਕਹਿੰਦਾ ਬਹਰਹਾਲ ਗੋਰੀ ਬੜੀ ਪਰੇਸ਼ਾਨ ਉਹ ਰੋਣ ਲੱਗ ਪਈ। ਜ਼ਾਰੀ ਗੱਲ ਹੈ ਕਿ ਰਾਤ ਉਹਨੇ ਗੁਜ਼ਾਰੀ ਸੀ ਨਾਲੇ ਪਿਆਰ ਕਰਨ ਲੱਗ ਪਈ ਸੀ, ਤੁਹਾਨੂੰ ਪਤਾ ਬੜੇ ਨਾਜ਼ੁਕ ਦਿਲ ਦੀਆਂ ਹੁੰਦੀਆਂ ਨੇ। ਕਹਿੰਦਾ ਉਹ ਪਰੇਸ਼ਾਨ ਹੋ ਗਈ ਕਿ ਕਿੱਧਰ ਗਿਆ, ਉਹਨੇ ਮੈਨੂੰ ਦੱਸਿਆ ਵੀ ਕੋਈ ਨਹੀਂ, ਉਹ ਇੱਥੋਂ ਟੁਰ ਗਿਆ। ਬਹਰਹਾਲ ਕਹਿੰਦਾ ਬੜੀ ਦੇਰ ਇੰਤਜ਼ਾਰ ਕੀਤਾ ਕਰਦਿਆਂ ਕਰਾਇਆ ਮਹੀਨਾ ਗੁਜ਼ਰ ਗਿਆ। ਮੈਨੂੰ ਆਦੀ ਹੈ ਕਿ ਨਹੀਂ ਤੁਸਾਂ ਜਿਹੜਾ ਜਾਣ ਬੁੱਝ ਕੇ ਕੀਤਾ, ਤੇਰਾ ਭਰਾ ਤੈਨੂੰ ਪਤਾ ਕਿੱਥੇ ਹੈ, ਕਿਸ ਤਰ੍ਹਾਂ ਹੋ ਸਕਦਾ ਤੇਰੇ ਭਰਾ ਦਾ ਤੈਨੂੰ ਨਹੀਂ ਪਤਾ? ਕਹਿੰਦਾ ਮੈਂ ਕਿਹਾ ਮੈਨੂੰ ਸਹੀ ਸੀਰੀਅਸ ਨਹੀਂ ਪਤਾ ਕਿੱਧਰ ਗਿਆ। ਕਹਿੰਦਾ ਮਹੀਨੇ ਬਾਅਦ ਉਹਨੇ ਘਰ ਕਾਲ ਕੀਤੀ ਕਿ ਮੈਂ ਤੇ ਫਲਾਣੇ ਮੁਲਕ ਆ ਗਏ ਆ, ਮੈਂ ਤਾਂ ਤੂੰ ਸਵੇਰ ਨਿਕਲ ਆਇਆ। ਤੇ ਉਹ ਕਹਿੰਦਾ ਮੈਂ ਕਿਹਾ ਮੈਨੂੰ ਇੱਕ ਵਾਰੀ ਕਾਲ ਮਿਲਾ ਕੇ ਦਿਓ ਉਹਦੀ। ਕਹਿੰਦਾ ਇਸੇ ਕਾਲ ਤੇ ਉਹਦੇ ਨਾਲ ਗੱਲ ਹੋਈ। ਮੈਂ ਕਿਹਾ ਕੀ ਤੂੰ ਕੰਮ ਕੀਤਾ, ਮੇਰੇ ਇੰਨੇ ਪੁਰਾਣੇ ਤਾਲੁਕਾਤ ਸੀ ਤੂੰ ਮੈਨੂੰ ਦੱਸੇ ਤਿਆਰ। ਉਹਨੇ ਕਿਹਾ ਨਹੀਂ ਭਾਈਆ ਮੈਂ ਨਹੀਂ ਇਹਨਾਂ ਕੋਲ ਰਹਿ ਸਕਦਾ, ਮੇਰਾ ਨੇ ਜਿਹੜਾ ਨਾਲ ਬਿਲਕੁਲ ਜਿਹੜਾ ਨਹੀਂ ਲੱਗਦੀ, ਇਸ ਵਾਸਤੇ ਮੈਂ ਸਵੇਰ ਉੱਥੋਂ ਨਿਕਲ ਆਇਆ। ਉਹਨੇ ਕਿਹਾ ਤੂੰ ਬੜੀ ਬਗੈਰਤੀ ਕੀਤੀ ਹੈ, ਤੂੰ ਮੇਰੀ ਇੱਜ਼ਤ ਨਹੀਂ ਛੱਡੀ ਹੈ ਵੀ। ਉਹ ਬੜੇ ਮੇਰੇ ਨਾਲ ਨਾਰਾਜ਼ ਹੋ ਗਏ ਨੇ। ਕਹਿੰਦਾ ਆਗੂ ਮੈਂ ਵੀ ਫਿਰ ਕੀ ਕਰ ਸਕਦਾ ਸਾਂ। ਕਹਿੰਦਾ ਬਹਰਹਾਲ ਉਹ ਦੋਵੇਂ ਮਾਵਾਂ ਧੀਆਂ ਮੇਰੇ ਘਰ ਆ ਗਈਆਂ, ਆ ਕੇ ਆਖਦੀਆਂ ਨੇ ਕਿ ਇਸ ਤਰ੍ਹਾਂ ਜਿਹੜਾ ਤੁਸੀਂ ਜਾਣ ਬੁੱਝ ਕੇ ਕੀਤਾ, ਤੂੰ ਸਿਰਫ ਜਿਹੜਾ ਨਾ ਆਪਣੇ ਭਰਾ ਨੂੰ ਮੰਗਾਣਾ ਸੀ, ਇਸ ਵਾਸਤੇ ਸਾਨੂੰ ਇਸਤੇਮਾਲ ਕੀਤਾ, ਅਸੀਂ ਤੇਰੇ ਤੇ ਕੇਸ ਕਰਾਂਗੇ। ਕਹਿੰਦਾ ਮੈਂ ਕਿਹਾ ਮੇਰਾ ਨਹੀਂ ਤੁਹਾਡੇ ਤੇ ਕੋਈ ਜ਼ਿਆਦਤੀ ਕੀਤੀ, ਮੈਂ ਨਹੀਂ ਇਸ ਤਰ੍ਹਾਂ ਕਰ ਸਕਦਾ, ਤੁਸੀਂ ਜਿਹੜਾ ਇਸ ਤਰ੍ਹਾਂ ਨਾ ਸੋਚੋ। ਲੇਕਿਨ ਕਹਿੰਦਾ ਉਹਨਾਂ ਫੇਰ ਵੀ ਆਖਿਆ ਨਹੀਂ ਅਸੀਂ ਜਿਹੜਾ ਤੁਹਾਡੇ ਤੇ ਕੇਸ ਕਰਨਾ ਹੈ। ਕਹਿੰਦਾ ਮੈਂ ਢੇਰ ਦਰਖਾਸਤ ਕੀਤੀ, ਉਹਨਾਂ ਆਖਿਆ ਨਹੀਂ ਅਸੀਂ ਹੁਣ ਪੁਲਿਸ ਨੂੰ ਰਿਪੋਰਟ ਕਰਾਂਗੇ। ਕਹਿੰਦਾ ਮੈਂ ਬੜਾ ਪਰੇਸ਼ਾਨ ਹੋ ਗਿਆ, ਟੈਨਸ਼ਨ ਹੋ ਗਈ ਮੈਨੂੰ ਕਿ ਹੁਣ ਕੀ ਬਣੇਗਾ। ਲੇਕਿਨ ਕਹਿੰਦਾ ਉਹਨਾਂ ਵਾਕਈ ਪੁਲਿਸ ਜਿਹੜਾ ਨਾ ਰਿਪੋਰਟ ਕਰਾ ਦਿੱਤੀ, ਨਾਲ ਮੇਰੇ ਨਿੱਕੇ ਭਾਈਏ ਦਾ ਨਾਮ ਵੀ ਦੇ ਦਿੱਤਾ। ਕਹਿੰਦਾ ਮੇਰੇ ਕੋਲ ਵੀ ਆ ਕੇ ਉਹਨਾਂ ਪੁੱਛਿਆ ਕਿ ਕਿੱਥੇ ਹੀ। ਕਹਿੰਦਾ ਮੈਂ ਕਿਹਾ ਮੈਨੂੰ ਨਹੀਂ ਪਤਾ ਉਹ ਕਿੱਥੇ ਆ, ਮੈਂ ਤਾਂ ਵੈਸੇ ਇਹਨਾਂ ਨੂੰ ਜਾਣਨਾ। ਉਹਨਾਂ ਕਿਹਾ ਨਹੀਂ ਤੈਨੂੰ ਪਤਾ ਹੋਣਾ। ਕਹਿੰਦਾ ਮੇਰਾ ਫੋਨ ਨੰਬਰ ਲੈ ਕੇ ਵੀ ਉਹਨਾਂ ਚੈੱਕ ਕੀਤਾ, ਲੇਕਿਨ ਫੋਨ 'ਚ ਵੀ ਉਹਦਾ ਨੰਬਰ ਕੋਨਾ ਨਿਕਲਿਆ। ਕਹਿੰਦਾ ਮੈਂ ਤਾਂ ਉਹਦੇ ਨਾਲ ਰਾਬਤਾ ਹੀ ਨਹੀਂ ਸੀ ਕਰਦਾ। ਲੇਕਿਨ ਕਹਿੰਦਾ ਉਸ ਤੋਂ ਬਾਅਦ ਉਹਨਾਂ ਕੇਸ ਵਾਕਈ ਕੀਤਾ, ਲੇਕਿਨ ਕਹਿੰਦਾ ਮੇਰੇ ਤੇ ਇਤਨਾ ਅਸਰ ਨਹੀਂ ਸੀ ਹੋਇਆ ਕਿਉਂਕਿ ਉਹ ਟੁਰ ਗਿਆ ਸੀ, ਮੇਰਾ ਵਿੱਚ ਇਤਨਾ ਲੈਣ ਦੇਣ ਨਹੀਂ ਸੀ ਹੈ। ਕਹਿੰਦਾ ਮੈਨੂੰ ਤੇ ਵਾਰਨਿੰਗ ਦੇ ਕੇ ਉਹਨਾਂ ਛੱਡ ਦਿੱਤਾ, ਲੇਕਿਨ ਮੇਰੇ ਉਹਨਾਂ ਨਾਲ ਤਾਲੁਕਾਤ ਖਤਮ ਹੋ ਗਏ। ਉਸ ਤੋਂ ਬਾਅਦ ਕਹਿੰਦਾ ਨਿੱਕਾ ਭਾਈਆ ਜਿਹੜਾ ਮੈਨੂੰ ਬਾਰ-ਬਾਰ ਕਾਲ ਕਰੇ ਕਿ ਮੇਰੇ ਕੋਲ ਪੇਪਰ ਨਹੀਂ ਬਣਦੇ, ਮੈਨੂੰ ਪੈਸੇ ਭੇਜ, ਮੈਂ ਤੇ ਤੈਨੂੰ ਪੈਸੇ ਭੇਜਣੇ ਕੋ ਨਹੀਂ। ਕਹਿੰਦਾ ਅੰਮਾਰਾ ਫਿਰ ਸਿਫਾਰਿਸ਼ ਕੀਤੀ, ਮੈਨੂੰ ਪੈਸੇ ਭੇਜਣੇ ਪਏ। ਕਹਿੰਦਾ ਲੇਕਿਨ ਮੈਨੂੰ ਇਹ ਪਤਾ ਲੱਗ ਗਿਆ ਕਿ ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ, ਜ਼ਿਆਦਤੀ ਕੀਤੀ ਸੀ। ਬਾਕੀ ਕੋਸ਼ਿਸ਼ ਕਰਿਆ ਕਰੋ, ਅਗਰ ਮੇਰੀ ਵੀਡੀਓ अच्छी लगे तो लाइक कमेंट तो सब्सक्राइब करिया करो, अपनी सेहत का ख्याल रखिया करो।